ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 194 ਦਿਨ ਹਰ ਰੋਜ਼ ਦੀ ਤਰ੍ਹਾਂ ਆਪਣੀਆਂ ਮਨੋਵਿਰਤੀਆਂ ਇਕਾਗਰ ਕਰਨ ਦੇ ਲਈ ਜਾਪ ਦੇ ਨਾਲ ਆਪਾਂ ਸਾਰੇ ਜਣੇ ਜੁੜਨਾ ਕਰੀਏ ਜੀ। ਅੱਜ ਦੀ ਜਾਪ ਦੀ ਸੇਵਾ ਲੈ ਰਹੇ ਨੇ ਬੇਟੀ ਨਵਜੀਤ ਕੌਰ ਜੀ, ਜਿਨ੍ਹਾਂ ਦਾ EPP ਨੰਬਰ 14484 ਪੱਟੀ ਤੋਂ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਨਵਜੀਤ ਕੌਰ ਜੀ, ਆਪ ਜੀ ਨੇ ਜਾਪ ਦੀ ਸੇਵਾ ਕੀਤੀ। ਔਰ ਇੱਕ ਥੋੜੀ ਜਿਹੀ ਗਲਤੀ ਸੀ ਆਪ ਜੀ ਦੀ, ਜਦੋਂ ਆਪ ਜੀ ਜਾਪ ਦੀ ਸੇਵਾ ਕਰ ਰਹੇ ਸੀ ਤਾਂ ਉੱਥੇ ਅਜੂਨੀ ਸਹਿ ਭੰਗ ਬੋਲ ਰਹੇ ਸੀ ਤੁਸੀਂ। ਭੰਗ ਨਹੀਂ ਬੋਲਣਾ ਬੇਟਾ, ਅਜੂਨੀ ਸਹਿ ਭੰਗ ਨੱਕ ਦੇ ਵਿੱਚ ਬੋਲਣਾ ਹੈਗਾ। ਔਰ ਬਾਕੀ ਸਾਰਾ ਠੀਕ ਸੀ, ਬਹੁਤ ਵਧੀਆ। ਆਓ ਹੁਣ ਆਪਾਂ ਕੀਰਤਨ ਦਾ ਆਨੰਦ ਮਾਣੀਏ ਜੀ। ਗੁਰੂ ਸਾਹਿਬ ਜੀ ਦਾ ਫਰਮਾਨ ਹੈ ਕਿ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਔਰ ਅੱਜ ਦੇ ਕੀਰਤਨ ਦੀ ਸੇਵਾ ਨਿਭਾ ਰਹੇ ਹਨ ਅਰਸ਼ਦੀਪ ਸਿੰਘ ਜੀ ਬਠਿੰਡਾ ਤੋਂ, ਬੇਟਾ ਅਰਸ਼ਦੀਪ ਸਿੰਘ ਜੀ। ਹਾਂਜੀ ਬੇਟਾ ਜੀ, ਸ਼ੁਰੂ ਕਰੋ ਜੀ ਅਰਸ਼ਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। सतगुरु मिले न मिले सुपाए, सतगुरु मिले न मिले सुपाए। समिया न जाए
अस्थिर कर बहे गुण शक्ति अस्थिर कर बहे मोह बिछोड़ा सरिया न जाए मोह बिछोड़ा सरिया न जाए मेरे मन
ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਸ਼ਪ੍ਰੀਤ ਜੀ, ਬੇਟਾ ਜੀ ਬਹੁਤ ਹੀ ਵਧੀਆ, ਔਰ ਇਹ ਬਹੁਤ ਹੀ ਬੜੀ ਗੁਰੂ ਸਾਹਿਬ ਦੀ ਕਿਰਪਾ ਹੈ, ਔਰ ਆਪ ਜੀ ਦੇ ਮਾਤਾ ਪਿਤਾ ਵੀ ਵਧਾਈ ਦੇ ਪਾਤਰ ਹੈ ਜੀ। ਆਪ ਜੀ ਨੇ ਬਹੁਤ ਹੀ ਸੋਹਣਾ ਸ਼ਬਦ ਪੜਿਆ ਜੀ, ਇਹੋ ਵਿਛੋੜਾ ਸਹਿਆ ਨਾ ਜਾਏ। ਔਰ ਸਤਿਗੁਰੂ ਜੀ ਦੀ ਕਿਰਪਾ ਨਾਲ ਅੱਜ ਸਾਡੇ ਨਾਲ 400 ਪਰਿਵਾਰ ਦੇ ਉੱਪਰ ਜਿਹੜੇ ਹੈ ਇਸ ਸੈਸ਼ਨ ਦੇ ਵਿੱਚ ਜੁੜ ਚੁੱਕੇ ਹੈ। ਔਰ ਅੱਜ ਦਾ ਜੋ ਸਾਡਾ ਪਹਿਲਾ ਸੈਸ਼ਨ ਹੈ, ਰਮਨਦੀਪ ਕੌਰ ਜੀ, ਜਿਨ੍ਹਾਂ ਦਾ EPP ਨੰਬਰ 14805 ਫਰੀਦਕੋਟ ਤੋਂ, ਜਿਨ੍ਹਾਂ ਦਾ ਵਿਸ਼ਾ ਹੈ ਕੇਸਾਂ ਦੀ। ਜੇ ਉਹ ਜੁੜੇ ਹੋਏ ਹਨ ਤਾਂ ਆਪਣਾ ਜ਼ਰੂਰ ਹੈਂਡ ਰੇਜ਼ ਕਰ ਲੈਣ ਜੀ, ਉਹਨਾਂ ਨੂੰ ਸਪੋਰਟ ਕਰ ਲਿਆ ਜਾਵੇ ਜੀ। ਜੇ ਉਹ ਬੱਚਾ ਨਹੀਂ ਅਜੇ ਜੁੜ ਚੁੱਕਿਆ ਤਾਂ ਆਪਾਂ ਅਗਲਾ ਬੱਚਾ ਲੈ ਲਈਏ ਜੀ। ਹਾਂਜੀ ਹਾਂਜੀ, ਅਗਲਾ ਬੱਚਾ ਹੈ ਗੁਰਸਿਮਰਨਪ੍ਰੀਤ ਕੌਰ, ਜਿਨ੍ਹਾਂ ਦਾ EPP ਨੰਬਰ 13900 ਗੁਰਦਾਸਪੁਰ ਤੋਂ। ਉਹਨਾਂ ਦਾ ਵਿਸ਼ਾ ਹੈਗਾ ਗੁਰੂ ਤੇਗ ਬਹਾਦਰ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਸਿਮਰਨਪ੍ਰੀਤ ਕੌਰ ਹੈ। ਮੇਰਾ EPP ਨੰਬਰ 13900 ਹੈ। ਮੇਰਾ ਜ਼ੋਨ ਗੁਰਦਾਸਪੁਰ ਹੈ। ਮੇਰੇ YC ਜੀ ਦਾ ਨਾਮ ਵੀਰ ਗੁਰਨਾਮ ਸਿੰਘ ਹੈ। ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਕਾਬਲ ਜਾਣ ਕੇ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ। ਅੱਜ ਦਾ ਮੇਰਾ ਵਿਸ਼ਾ ਹੈ ਮਜ਼ਲੂਮਾਂ ਦੇ ਖੈਰ ਖਵਾਹ ਨੌਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ। ਗੁਰੂ ਨਾਨਕ ਪਾਤਸ਼ਾਹ ਦੇ 9ਵੇਂ ਰੂਪ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨੂੰ ਪੜ੍ਹਦਿਆਂ ਉਹਨਾਂ ਦੇ ਮਹਾਨ ਕਿਰਦਾਰ ਵਿੱਚੋਂ ਉਹ ਸਭ ਸਦਗੁਣ ਉੱਭਰ ਕੇ ਸਾਹਮਣੇ ਆਉਂਦੇ ਹਨ, ਜੋ ਉਹਨਾਂ ਨੂੰ ਇੱਕ ਦੈਵੀ ਪੁਰਸ਼ ਤੇ ਰੂਹਾਨੀ ਮਸੀਹੇ ਵਜੋਂ ਤਸਲੀਮ ਕਰਦੇ ਹਨ। ਐਸੇ ਮਹਾਨ ਪਰਉਪਕਾਰੀ ਜਨ ਗੁਰੂ ਤੇਗ ਬਹਾਦਰ ਜੀ ਦਾ 1 ਅਪ੍ਰੈਲ 1621 ਈਸਵੀ ਨੂੰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ ਹੋਇਆ। ਬੇਸ਼ੱਕ ਉਹਨਾਂ ਦਾ ਬਚਪਨ ਦਾ ਨਾਂ ਤਿਆਗਮੱਲ ਸੀ, ਪਰ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿੱਚ ਮੁਗਲ ਸੈਨਾਪਤੀ ਪੈਂਦੇ ਖਾਂ ਖਿਲਾਫ ਜਦ ਤਿਆਗਮੱਲ ਨੇ ਤੇਗ ਦੇ ਜ਼ੋਹਰ ਦਿਖਾਏ ਤਾਂ 6ਵੇਂ ਪਾਤਸ਼ਾਹ ਨੇ ਆਪ ਦਾ ਨਾਂ ਤੇਗ ਬਹਾਦਰ ਰੱਖ ਦਿੱਤਾ। 6ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਹਰਿਸਾਹਿਬ ਨੂੰ ਗੁਰਗੱਦੀ ਦੀ ਦਾਤ ਮਿਲੀ। ਆਪ ਜੀ ਨੇ ਸਭ ਤੋਂ ਪਹਿਲਾਂ ਅੱਗੇ ਵੱਧ ਕੇ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਜੀ ਨੂੰ ਮੱਥਾ ਟੇਕਿਆ। ਆਪ ਨੇ ਆਪਣਾ ਅਗਲੇਰਾ ਬਹੁਤਾ ਸਮਾਂ ਬਿਆਸ ਦੇ ਕਿਨਾਰੇ ਵਸੇ ਹੁਸੀਨ ਨਗਰ ਬਾਬਾ ਬਕਾਲਾ ਵਿਖੇ ਹੀ ਬਿਤਾਇਆ। ਜਦ 8ਵੇਂ ਪਾਤਸ਼ਾਹ ਦਿੱਲੀ ਵਿੱਚ ਚੇਚਕ ਰੋਗੀਆਂ ਦੀ ਸੇਵਾ ਕਰਦੇ ਹੋਏ ਖੁਦ ਇਸ ਬਿਮਾਰੀ ਦੀ ਜ਼ਦ 'ਚ ਆ ਗਏ ਤਾਂ ਉਹਨਾਂ ਨੇ ਗੁਰਗੱਦੀ ਦਾ ਇਸ਼ਾਰਾ ਬਾਬਾ ਬਕਾਲੇ ਕਹਿ ਕੇ ਦੇ ਦਿੱਤਾ। ਬਾਬਾ ਬਕਾਲੇ ਵਿਖੇ 22 ਮੰਜੀਆਂ ਸਨ। ਉਹਨਾਂ ਵਿੱਚੋਂ ਇਹ ਪਹਿਚਾਨਣਾ ਕਿ ਗੁਰੂ ਕੌਣ ਹੈ ਬਹੁਤ ਮੁਸ਼ਕਿਲ ਸੀ, ਪਰ ਮੱਖਣ ਸ਼ਾਹ ਲੁਬਾਣਾ ਨੂੰ ਜਦੋਂ ਪਤਾ ਲੱਗਾ ਕਿ ਅਸਲੀ ਗੁਰੂ ਤੇਗ ਬਹਾਦਰ ਜੀ ਹਨ ਤੇ ਉਸਨੇ ਆਪਣਾ ਮੂੰਹ ਕਾਲਾ ਕਰਕੇ ਕੋਠੇ ਤੇ ਚੜ੍ਹ ਕੇ ਜ਼ੋਰ-ਜ਼ੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਭਾਵ ਗੁਰੂ ਲੱਭ ਗਿਆ ਹੈ। ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਆਪ 7ਵੇਂ 8ਵੇਂ ਪਾਤਸ਼ਾਹ ਦੀ ਕਰਮ ਭੂਮੀ ਕੀਰਤਪੁਰ ਆ ਗਏ। ਜੂਨ 1665 ਈਸਵੀ ਵਿੱਚ ਸਤਲੁਜ ਦੇ ਕਿਨਾਰੇ ਪਹਾੜੀ ਜ਼ਿਲ੍ਹੇ ਬਿਲਾਸਪੁਰ ਦੇ ਰਾਜੇ ਤੋਂ ਪਿੰਡ ਮਾਖੋਵਾਲ ਦੀ ਕੁਝ ਜ਼ਮੀਨ ਖਰੀਦ ਕੇ ਇੱਕ ਨਗਰ ਚੱਕ ਨਾਨਕੀ ਵਸਾ ਦਿੱਤਾ, ਜਿਸ ਨੂੰ ਬਾਅਦ ਵਿੱਚ 10ਮ ਪਿਤਾ ਨੇ ਆਨੰਦਗੜ੍ਹ ਕਿਲ੍ਹਾ ਉਸਾਰ ਕੇ ਆਨੰਦਪੁਰ ਸਾਹਿਬ ਵਜੋਂ ਜਗਤ ਪ੍ਰਸਿੱਧ ਕਰ ਦਿੱਤਾ। ਇੱਥੇ ਹੀ ਕਸ਼ਮੀਰੀ ਪੰਡਤ ਆਪ ਜੀ ਦੀ ਸ਼ਰਨ ਵਿੱਚ ਆਏ ਤੇ ਮੁਗਲਾਂ ਦੁਆਰਾ ਧੱਕੇ ਨਾਲ ਧਰਮ ਪਰਿਵਰਤਨ ਕਰਾਏ ਜਾਣ ਸੰਬੰਧੀ ਦੱਸਿਆ। ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣਨ ਤੋਂ ਬਾਅਦ ਗੁਰੂ ਸਾਹਿਬ ਨੇ ਸਭ ਮੋਹਰੀ ਸਿੱਖਾਂ ਨਾਲ ਗਹਿਣ ਵਿਚਾਰ ਵਟਾਂਦਰਾ ਕੀਤਾ। ਆਖਰ ਗੁਰੂ ਸਾਹਿਬ ਨੇ ਫੈਸਲਾ ਸੁਣਾਇਆ ਕਿ ਮੁਗਲ ਹਕੂਮਤ ਵਿਰੁੱਧ ਡਟੇ ਬਗੈਰ ਪਨਾਹ ਲੈਣ ਲਈ ਆਏ ਫਰਿਆਦੀਆਂ ਦੀ ਸਹਾਇਤਾ ਨਹੀਂ ਹੋ ਸਕਦੀ। ਗੁਰੂ ਜੀ ਜੁਲਾਈ 1675 ਈਸਵੀ ਨੂੰ ਬਾਲਕ ਗੋਬਿੰਦ ਰਾਏ ਨੂੰ ਗੁਰਗੱਦੀ ਸੌਂਪ ਦਿੱਲੀ ਵੱਲ ਚੱਲ ਪਏ। ਮੁਗਲ ਹਕੂਮਤ ਨੂੰ ਵੀ ਗੁਰੂ ਸਾਹਿਬ ਨੇ ਆਪਣੇ ਫੈਸਲੇ ਤੋਂ ਅਗਾਊਂ ਹੀ ਜਾਣੂ ਕਰਵਾ ਦਿੱਤਾ। ਰਸਤੇ ਵਿੱਚ ਮਲਕਪੁਰ ਰੰਗੜਾ ਨੇੜੇ ਰੋਪੜ ਦੇ ਸਥਾਨ ਤੇ ਮਿਰਜ਼ਾ ਨੂਰ ਮੁਹੰਮਦ ਖਾਨ ਨੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਤੇ ਆਖਰ ਦਿੱਲੀ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਗਿਆ।
ਆਪ ਜੀ ਸਾਹਮਣੇ ਕੋਈ ਕਰਾਮਾਤ ਦਿਖਾਉਣ, ਇਸਲਾਮ ਕਬੂਲ ਕਰਨ ਤੇ ਜਾਂ ਫਿਰ ਮੌਤ ਦਾ ਰਸਤਾ ਚੁਣਨ ਦੀ ਸ਼ਰਤ ਰੱਖੀ ਗਈ। ਆਪ ਜੀ ਦੇ ਸਾਥੀਆਂ ਭਾਈ ਮਤੀ ਦਾਸ ਜੀ ਨੂੰ ਗੁਰੂ ਜੀ ਦੇ ਸਨਮੁਖ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਜ਼ਿੰਦਾ ਜਲਾ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਗਰਮ ਪਾਣੀ ਦੀ ਉਬਲਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ। ਪਰ ਗੁਰੂ ਜੀ ਸਾਹਮਣੇ ਸ਼ਹੀਦ ਹੁੰਦੇ ਗੁਰਸਿੱਖਾਂ ਨੇ ਕਿਸੇ ਵੀ ਤਰ੍ਹਾਂ ਆਪਣਾ ਸਿਦਕ ਨਹੀਂ ਡੁਲਾਇਆ। ਇਤਿਹਾਸਕਾਰਾਂ ਮੁਤਾਬਕ ਆਖਰ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਕ 'ਚ ਆਪ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ। ਉਪਰੋਕਤ ਸਮੁੱਚੇ ਵਰਤਾਰੇ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਉੱਪਰ ਬੇਸ਼ੱਕ ਜ਼ੁਲਮ ਢਾਹੁਣ ਵਾਲੇ ਜ਼ਾਬਰ ਵੀ ਅਣਗਿਣਤ ਸਨ, ਪਰ ਉਹਨਾਂ ਤੋਂ ਆਪਾ ਵਾਰਨ ਵਾਲੇ ਸਿੱਦਕੀਆਂ ਦੀ ਕਤਾਰ ਵੀ ਕੋਈ ਛੋਟੀ ਨਹੀਂ ਸੀ। ਆਓ ਨੌਵੇਂ ਪਾਤਸ਼ਾਹ ਦੀ ਕਿਸੇ ਦੂਜੇ ਧਰਮ ਦੇ ਵਿਸ਼ਵਾਸਾਂ ਨੂੰ ਬਚਾਉਣ ਲਈ ਦਿੱਤੀ ਕੁਰਬਾਨੀ ਤੋਂ ਪ੍ਰੇਰਨਾ ਲੈਂਦਿਆਂ ਹਮੇਸ਼ਾ ਨਿਰਦੋਸ਼ ਤੇ ਮਜ਼ਲੂਮਾਂ ਦਾ ਪੱਖ ਲੈਣ ਦੀ ਹਿੰਮਤ ਜਤਾਉਂਦੇ ਰਹੀਏ। ਅਜਿਹਾ ਕਰਦਿਆਂ ਜਿੰਨੀਆਂ ਮਰਜ਼ੀ ਔਂਕੜਾਂ ਆਉਣ, ਗੁਰੂ ਸਾਹਿਬ ਸਾਡੇ ਲਈ ਸਦਾ ਅੰਗ ਸੰਗ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੇਟਾ ਜੀ ਆਪ ਜੀ ਦਾ। ਆਪ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਬਾਰੇ ਦੱਸਿਆ। ਔਰ ਅਗਲਾ ਸੈਸ਼ਨ ਲੈ ਰਹੇ ਨੇ ਅਰਸ਼ਦੀਪ ਕੌਰ ਜੀ, ਜਿਨ੍ਹਾਂ ਦਾ EPP ਨੰਬਰ 15323 ਹੈ, ਜੋਨ ਮਾਨਸਾ ਤੋਂ, ਜੋ ਸੋਚ ਤੇ ਕਰਮ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਬੇਟੀ ਅਰਸ਼ਦੀਪ ਕੌਰ ਜੀ। ਉਸ ਤੋਂ ਪਹਿਲਾਂ ਬੱਚਿਆਂ ਨੂੰ ਬੇਨਤੀ ਹੈ ਜੀ, ਜਿਹੜਾ ਹੁਣੇ ਵਿਸ਼ਾ ਲਿਆ ਗਿਆ ਉਹਦੇ ਵਿੱਚ ਇੱਕ ਗੱਲ ਕੀਤੀ ਗਈ ਕਿ ਭਾਈ ਮੱਖਣ ਸ਼ਾਹ ਲੁਬਾਣਾ ਜੀ, ਜਦੋਂ ਉਹਨਾਂ ਨੂੰ ਅਸਲੀ ਗੁਰੂ ਦਾ ਪਤਾ ਲੱਗਿਆ ਵੀ ਅਸਲ ਗੁਰੂ ਕਿਹੜੇ ਨੇ, ਤਾਂ ਉਹ ਕੋਠੇ ਤੇ ਚੜ ਕੇ ਬੋਲਦੇ ਨੇ ਗੁਰੂ ਲਾਧੋਰੇ, ਗੁਰੂ ਲਾਧੋਰੇ। ਪਰ ਕਿਤੇ ਵੀ ਇਤਿਹਾਸ 'ਚ ਇਹ ਨਹੀਂ ਆਉਂਦਾ ਕਿ ਉਹ ਮੂੰਹ ਕਾਲਾ ਕਰਕੇ, ਮੂੰਹ ਕਾਲਾ ਕਿਉਂ ਕਰਨਾ ਸੀ ਉਹਨਾਂ ਨੇ, ਤਾਂ ਵਧੀਆ ਲੱਭਿਆ ਵਾ ਹੈ ਨਾ। ਤੇ ਇਹ ਜਿਹੜੀ ਮੂੰਹ ਕਾਲਾ ਕਰਨ ਵਾਲੀ ਗੱਲ ਆਉਂਦੀ ਹੈ ਉਹ ਹੈਗੀ ਭਾਈ ਲੱਧੋ ਜੀ ਵਾਲੀ, ਸੋ ਉਹ ਵੱਖਰੀ ਸਾਖੀ ਹੈ ਜੀ। ਤੇ ਜਿਹੜੀ ਭਾਈ ਗੁਰੂ ਲਾਧੋਰੇ ਇਹ ਸਾਖੀ ਵੱਖਰੀ ਹੈ ਜੀ। ਸੋ ਇਹਦੇ ਵਿੱਚ ਮੂੰਹ ਕਾਲਾ ਨਹੀਂ ਕੀਤਾ ਗਿਆ, ਉਹਨਾਂ ਨੇ ਸਗੋਂ ਸਾਰਿਆਂ ਨੂੰ ਦੱਸਿਆ। ਸੋ ਹਾਂਜੀ, ਨੈਕਸਟ ਜੀ। ਬੇਟਾ ਜੀ ਅਗਲਾ ਸੈਸ਼ਨ ਅਰਸ਼ਦੀਪ ਕੌਰ ਜੀ ਲੈਣਗੇ, ਜਿਨ੍ਹਾਂ ਦਾ EPP ਨੰਬਰ 15323 ਹੈ, ਔਰ ਉਹਨਾਂ ਦਾ ਵਿਸ਼ਾ ਹੈਗਾ ਜੋ ਸੋਚ ਤੇ ਕਰਮ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਅਰਸ਼ਦੀਪ ਕੌਰ ਹੈ। ਮੇਰਾ EPP ਨੰਬਰ 15323 ਹੈ। ਮੇਰੇ ਵਾਈਸੀ ਵੀਰ ਰੰਤੂ ਸਿੰਘ ਜੀ ਹਨ। ਮੈਂ ਸਭ ਤੋਂ ਪਹਿਲਾਂ ਐਜੂਕੇਟ ਪੰਜਾਬ ਪ੍ਰੋਜੈਕਟ ਅਤੇ ਜਸਵਿੰਦਰ ਸਿੰਘ ਜੀ ਅਤੇ ਜਸਪ੍ਰੀਤ ਕੌਰ ਜੀ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਬੋਲਣ ਦਾ ਮੌਕਾ ਦਿੱਤਾ ਹੈ। ਮੇਰਾ ਵਿਸ਼ਾ ਹੈ ਜੀ ਮਨੁੱਖੀ ਸੋਚ, ਉਸਦੇ ਕਰਮ ਅਤੇ ਉਸਦੀ ਗੁਣਵੱਤਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸੋਚ ਬਾਰੇ। ਮੂੰਹੋਂ ਬੰਦਾ ਬੇਸ਼ੱਕ ਚੁੱਪ ਅਤੇ ਸ਼ਾਂਤ ਹੈ, ਪਰ ਉਸਦੇ ਦਿਲ ਅਤੇ ਦਿਮਾਗ ਅੰਦਰ ਕੁਝ ਨਾ ਕੁਝ ਚੱਲ ਰਿਹਾ ਹੈ। ਇਸ ਯਾਦ ਦਾ ਸ਼ਾਂਤ ਹੋਣਾ ਨਾਮੁਮਕਿਨ ਜਿਹਾ ਹੈ। ਕਦੇ ਇਨਸਾਨ ਆਪਣੇ ਨਾਲ ਬੀਤੀਆਂ ਘਟਨਾਵਾਂ ਨੂੰ ਲੈ ਕੇ ਖੁਸ਼ ਹੁੰਦਾ ਹੈ ਅਤੇ ਕਈ ਵਾਰ ਉਹਨਾਂ ਬਾਰੇ ਸੋਚ ਕੇ ਦੁਖੀ ਵੀ ਹੁੰਦਾ ਹੈ, ਅਤੇ ਜਾਂ ਤਾਂ ਆਉਣ ਵਾਲੇ ਕੱਲ ਵਿੱਚ ਖੋਇਆ ਫਿਰਦਾ ਹੈ। ਬਸ ਇਹ ਫੁਰਨੇ ਤੇ ਗੱਲਾਂ ਹੀ ਯਾਦਾਂ ਨੇ। ਇਹਨਾਂ ਯਾਦਾਂ ਦਾ ਸਾਡੀ ਜ਼ਿੰਦਗੀ ਤੇ ਗਹਿਰਾ ਅਸਰ ਪੈਂਦਾ ਹੈ। ਸਾਡੀ ਯਾਦ ਹੀ ਸਾਡੀ ਸੋਚ ਹੈ। ਇਉਂ ਕਹਿ ਲਵੋ ਕਿ ਇਹੀ ਸਾਡੀ ਜ਼ਿੰਦਗੀ ਹੈ। ਆਖਿਰ ਮਨੁੱਖ ਦੀ ਆਪਣੀ ਸੋਚ ਹੀ ਮਨੁੱਖ ਦੇ ਦੁੱਖ ਸੁੱਖ ਦਾ ਕਾਰਨ ਬਣਦੀ ਹੈ। ਇਸ ਲਈ ਸਾਡੀਆਂ ਯਾਦਾਂ ਸਾਡੀ ਸੋਚ ਦਾ ਉੱਚਾ ਸੁੱਚਾ ਸਕਾਰਾਤਮਕ ਅਤੇ ਅਗਾਂਹ-ਵਧੂ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਸੋਚ ਤੋਂ ਬਣੇ ਕਰਮ ਦੀ। ਮਨੁੱਖ ਦਾ ਕਰਮ ਹੀ ਉਸਨੂੰ ਸਮਾਜ ਵਿੱਚ ਇੱਕ ਪਰਿਭਾਸ਼ਾ ਦਿੰਦਾ ਹੈ। ਇਨਸਾਨ ਉਸਦੇ ਕਰਮਾਂ ਤੋਂ ਹੀ ਮੰਦਾ ਜਾਂ ਚੰਗਾ ਪਹਿਚਾਣਿਆ ਜਾਂਦਾ ਹੈ। ਪਰ ਮਨੁੱਖ ਕਿਹੜੇ ਕਰਮ ਕਰ ਰਿਹਾ ਹੈ, ਇਹ ਗੱਲ ਉਸਦੀ ਸੋਚ ਤੇ ਨਿਰਭਰ ਕਰਦੀ ਹੈ। ਜਦ ਮਨੁੱਖ ਦੀ ਸੋਚ ਸਕਾਰਾਤਮਕਤਾ ਹੋਏਗੀ ਤਾਂ ਉਸਦੇ ਕਰਮ ਵੀ ਉੱਚੇ ਹੋਣਗੇ। ਸਾਡੀ ਸੋਚ ਹੀ ਸਾਨੂੰ ਕੁਝ ਕਰਨ ਲਈ ਪ੍ਰੇਰਿਤ ਕਰਦੀ ਹੈ, ਫਿਰ ਇਹੀ ਕਰਮ ਬਣ ਜਾਂਦੇ ਨੇ ਅਤੇ ਸਮਾਜ ਦੇ ਪੱਧਰ ਤੇ ਮਨੁੱਖੀ ਵਿਸ਼ੇਸ਼ਤਾ ਇਹੀ ਸਾਕੇ ਗੁਣਵੱਤਾ ਨੂੰ ਦਰਸਾਉਂਦੇ ਹਨ। ਜੇਕਰ ਮਨੁੱਖ ਆਪਣੀ ਸੋਚ ਨੂੰ ਉੱਚੀ ਅਤੇ ਗੁਣਵੱਤਾ ਭਰਪੂਰ ਰੱਖਦਾ ਹੈ ਤਾਂ ਉਸਦਾ ਸਮਾਜ ਵਿੱਚ ਵੀ ਬਹੁਤ ਆਦਰ ਤੇ ਸਨਮਾਨ ਹੁੰਦਾ ਹੈ। ਉਸਨੂੰ ਬਾਕੀਆਂ ਨਾਲੋਂ ਉੱਚਾ ਅਤੇ ਸਨਮਾਨਯੋਗ ਸਮਝਿਆ ਜਾਂਦਾ ਹੈ। ਜੇਕਰ ਅਸੀਂ ਚੰਗੇ ਸਮਾਜ ਦੀ ਸਿਰਜਣਾ ਚਾਹੁੰਦੇ ਹਾਂ
ਤਾਂ ਚੰਗੀ ਸੋਚ ਦਾ ਪੈਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਚੰਗੀ ਸੋਚ ਸਾਨੂੰ ਮਿਲੇਗੀ ਜਦ ਅਸੀਂ ਖੁਦ ਨੂੰ ਸਹੀ ਗਿਆਨ ਨਾਲ ਭਰਪੂਰ ਰੱਖਾਂਗੇ। ਇਸ ਲਈ ਵਰਤਮਾਨ 'ਚ ਰਹੋ। ਅੱਜ ਦੀ ਸੋਚ ਕੱਲ ਦੇ ਆਉਣ ਵਾਲੇ ਨੂੰ ਸਮੇਂ ਨੂੰ ਸਿਰਜੇਗੀ। ਭੂਤਕਾਲ ਵਿੱਚ ਹੋਇਆ ਮਨੁੱਖ ਅਕਸਰ ਆਪਣਾ ਅੱਜ ਖਰਾਬ ਕਰ ਲੈਂਦਾ ਹੈ। ਬੀਤੀਆਂ ਘਟਨਾਵਾਂ ਨੂੰ ਸਿੱਖ ਕੇ ਆਪਣੇ ਅੱਜ ਨੂੰ ਚੰਗਾ ਬਣਾਈਏ। ਆਓ ਆਪਾਂ ਸਭ ਰਲ ਕੇ ਜੀਵਨ ਖੁਸ਼ਹਾਲ ਬਣਾਈਏ। ਕੁਝ ਨਹੀਂ ਕਰਨਾ ਪੈਣਾ ਇੱਥੇ, ਬਸ ਬੁਰੀਆਂ ਯਾਦਾਂ ਨੂੰ ਮਿਟਾਈਏ। ਲਾਲਚ ਰਿਸ਼ਵਤ ਖੋਰੀ ਛੱਡ ਕੇ ਪਿਆਰ ਅਮਨ ਦੀ ਗੱਲ ਫੈਲਾਈਏ। ਜਾਤ ਸਭ ਦੀ ਮਿੱਟੀ ਬੰਦਿਆ, ਫਿਰ ਕਿਉਂ ਲੜ ਲੜ ਮਰ ਜਾਈਏ। ਆਓ ਸਾਰੇ ਭੈਣ ਭਰਾਵੋ ਆਪਾਂ ਏਕਤਾ ਨੂੰ ਅੱਗੇ ਵਧਾਈਏ। ਇੰਨੇ ਕੁਝ ਵਿਚਾਰ ਸਨ ਜੀ ਮੇਰੇ ਆਪਣੀ ਜ਼ਿੰਦਗੀ ਬਾਰੇ, ਮਨੁੱਖੀ ਸੋਚ ਬਾਰੇ ਅਤੇ ਕਰਮ ਬਾਰੇ। ਜੇ ਕੋਈ ਭੁੱਲ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ। ਥੈਂਕਸ ਅ ਲੋਟ। ਬਹੁਤ ਹੀ ਵਧੀਆ ਬੇਟਾ ਜੀ। ਅਰਸ਼ਦੀਪ ਕੌਰ ਜੀ ਨੇ ਆਪਣਾ ਜੋ ਵਿਸ਼ਾ ਲਿਆ, ਜੋ ਸੋਚ ਤੇ ਕਰਮ ਬਾਰੇ ਦੱਸਿਆ, ਔਰ ਜੇ ਸਾਡੀ ਸੋਚ ਅੱਛੀ ਹੋਏਗੀ ਤਾਂ ਅਸੀਂ ਕਰਮ ਵੀ ਅੱਛੇ ਕਰ ਸਕਦੇ ਹਾਂ। ਇਸ ਕਰਕੇ ਸਾਨੂੰ ਸੋਚ ਨੂੰ ਅੱਛਾ ਰੱਖਣਾ ਚਾਹੀਦਾ ਹੈ। ਇਸ ਤੋਂ ਅਗਲਾ ਸੈਸ਼ਨ ਹੈ ਸ਼ੈਰੀ ਜਿੰਦਲ ਜੀ ਲੈਣਗੇ, ਜਿਨ੍ਹਾਂ ਦਾ EPP ਨੰਬਰ 16001 ਹੈ, ਸੰਗਰੂਰ ਤੋਂ, ਜਿਨ੍ਹਾਂ ਦਾ ਵਿਸ਼ਾ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਆਵਾਜ਼ ਸਹੀ ਆ ਰਹੀ ਹੈ? ਆ ਰਹੀ ਹੈ ਬੇਟਾ ਜੀ, ਬੋਲੋ ਜੀ। ਸਭ ਤੋਂ ਪਹਿਲਾਂ ਤਾਂ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਅਤੇ ਵਾਈਸੀ ਰਾਜਵੀਰ ਸਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਮੈਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਮੇਰਾ ਅੱਜ ਦਾ ਟੌਪਿਕ ਹੈ ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਕਿਸੇ ਨੇ ਬੜੇ ਕਮਾਲ ਦੀ ਗੱਲ ਕਹੀ ਹੈ, ਨਾ ਕਿਸੇ ਦੇ ਹੰਝੂ ਸਾਫ਼ ਕਰ, ਨਾ ਸ਼ੀਸ਼ਾ ਸਾਫ਼ ਕਰਨ ਦੀ ਜ਼ਰੂਰਤ ਹੈ, ਨਾ ਚਿਹਰਾ ਸਾਫ਼ ਕਰਨ ਦੀ ਜ਼ਰੂਰਤ ਹੈ। ਜੇ ਵੇਖਣਾ ਹੈ ਸੋਹਣਾ ਚਿਹਰਾ ਤਾਂ ਕਿਸੇ ਦੇ ਹੰਝੂ ਸਾਫ਼ ਕਰਨ ਦੀ ਜ਼ਰੂਰਤ ਹੈ। ਜੇ ਵਾਹਿਗੁਰੂ ਨੇ ਸਾਨੂੰ ਕਿਸੇ ਕਾਬਿਲ ਬਣਾਇਆ ਹੈ ਤਾਂ ਅਸੀਂ ਇਸ ਗੱਲ ਦਾ ਹੰਕਾਰ ਨਾ ਕਰੀਏ, ਸਗੋਂ ਹੋਰਨਾਂ ਦੀ ਮਦਦ ਕਰੀਏ। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੀਆਂ ਹੀ ਪਾਤਸ਼ਾਹੀਆਂ ਨੇ ਗਰੀਬ ਨੂੰ ਦਾਨ ਕਰਨ ਨੂੰ ਹੀ ਸਭ ਤੋਂ ਬੜਾ ਦਾਨ ਮੰਨਿਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਵੱਧ ਤੋਂ ਵੱਧ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਇੱਕ ਚੰਗੇ ਇਨਸਾਨ ਬਣ ਸਕੀਏ। ਵਾਹਿਗੁਰੂ ਜੀ ਨਾਲ ਜੁੜਨ ਲਈ ਸਾਨੂੰ ਸਭ ਤੋਂ ਪਹਿਲਾਂ ਗਰੀਬਾਂ ਦਾ ਹੱਥ ਫੜਨਾ ਚਾਹੀਦਾ ਹੈ। ਅੱਜ ਕੱਲ੍ਹ ਅਸੀਂ ਆਮ ਹੀ ਵੇਖਦੇ ਹਾਂ ਕਿ ਗੁਰੂ ਘਰਾਂ ਗੁਰਦੁਆਰਿਆਂ ਦੀਆਂ ਦਾਨ ਪੇਟੀਆਂ ਨੂੰ ਹੀ ਗੁਰੂ ਦਾ ਦਾਨ ਕਿਹਾ ਜਾਂਦਾ ਹੈ, ਲੇਕਿਨ ਜੇਕਰ ਅਸੀਂ ਗਰੀਬਾਂ ਦੀ ਮਦਦ ਕਰਦੇ ਹਾਂ ਜਾਂ ਲੋੜਵੰਦਾਂ ਦੀ ਮਦਦ ਕਰਦੇ ਹਾਂ ਤਾਂ ਵਾਹਿਗੁਰੂ ਜੀ ਜ਼ਿਆਦਾ ਖੁਸ਼ ਹੁੰਦੇ ਹਨ ਅਤੇ ਅਸੀਂ ਜ਼ਿਆਦਾ ਵਾਹਿਗੁਰੂ ਜੀ ਦੇ ਨੇੜੇ ਜਾਂਦੇ ਹਾਂ, ਜਿਵੇਂ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਹੀ ਕਰ ਰਹੀ ਹੈ। ਉਹ ਮੇਰੇ ਵਰਗੇ ਲੋੜਵੰਦ ਬੱਚਿਆਂ ਦੀ ਫੀਸਾਂ ਦੇ ਰਹੇ ਹਨ ਤਾਂ ਜੋ ਮੈਂ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ। ਇਸ ਦੇ ਨਾਲ ਨਾਲ ਹੀ ਗੁਰਮਤਿ ਦਾ ਗਿਆਨ ਵੀ ਦੇ ਰਹੇ ਹਨ ਤਾਂ ਜੋ ਅਸੀਂ ਗੁਰੂ ਨਾਲ ਜੁੜੇ ਰਹੀਏ। ਅਸੀਂ ਵੇਖਦੇ ਹਾਂ ਕਿ ਲੋਕ ਆਪਣੀ ਪੂਰੀ ਸ਼ਰਧਾ ਅਨੁਸਾਰ ਗੁਰੂ ਘਰਾਂ ਵਿੱਚ ਦਾਨ ਕਰਦੇ ਹਨ। ਜੇਕਰ ਅਸੀਂ ਇਹੀ ਸ਼ਰਧਾ ਗਰੀਬਾਂ ਦੀ ਮਦਦ ਕਰਨ ਵਿੱਚ ਲਗਾਈਏ ਤਾਂ ਸਾਨੂੰ ਜ਼ਿਆਦਾ ਖੁਸ਼ੀ ਹੋਵੇਗੀ। ਅਤੇ ਜੇਕਰ ਮੈਂ ਗੱਲ ਕਰਾਂ ਸਾਡੇ ਵਿਆਹਾਂ ਸ਼ਾਦੀਆਂ ਦੀ ਤਾਂ ਅਸੀਂ ਵੇਖਦੇ ਹਾਂ ਕਿ ਅਸੀਂ ਲੱਖਾਂ ਕਰੋੜਾਂ ਰੁਪਏ ਆਮ ਹੀ ਖਰਚ ਦਿੰਦੇ ਹਾਂ, ਪਰ ਜੇਕਰ ਅਸੀਂ ਇਹੀ ਵਿਆਹ ਸਾਦੇ ਕਰੀਏ ਤਾਂ ਕਿੰਨੀ ਚੰਗੀ ਗੱਲ ਹੋਵੇਗੀ ਅਤੇ ਹੋਰਨਾਂ ਦੀ ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰੀਏ। ਅਤੇ ਜੇਕਰ ਤਿਉਹਾਰਾਂ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਦੀਵਾਲੀ ਦਾ ਜ਼ਿਕਰ ਆਵੇਗਾ, ਜਿੱਥੇ ਅਸੀਂ 1000-2000 ਦੇ ਪਟਾਕੇ ਆਮ ਵਜਾ ਦਿੰਦੇ ਹਾਂ, ਜਿਸ ਨਾਲ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਪਰ ਜੇਕਰ ਇਹੀ ਅਸੀਂ ਕਿਸੇ ਗਰੀਬ ਦੇ ਘਰ ਵਿੱਚ ਰੋਸ਼ਨੀ ਕਰੀਏ, ਉਸਨੂੰ ਸਾਈਕਲ, ਚੰਗੀਆਂ ਕਿਤਾਬਾਂ, ਜੁੱਤੇ, ਚੱਪਲ, ਕੱਪੜੇ ਆਦਿ ਦੇ ਕੇ ਤਾਂ ਸਾਨੂੰ ਵੱਧ ਖੁਸ਼ੀ ਹੋਵੇਗੀ। ਅਤੇ ਜਿਸ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਉਪਦੇਸ਼ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹ ਵੀ ਪੂਰਾ ਹੋ ਸਕੇਗਾ। ਜੇਕਰ ਅਸੀਂ ਪਟਾਕੇ ਨਹੀਂ ਚਲਾਵਾਂਗੇ ਸਾਡੀ ਨਹੀਂ ਹੋ। ਮੈਂ ਅੰਤ ਵਿੱਚ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਵੱਧ ਤੋਂ ਵੱਧ ਗੁਰੂ ਦੇ ਦਿੱਤੇ ਉਪਦੇਸ਼ ਗਰੀਬ ਕਾ ਮੂੰਹ ਗੁਰੂ ਕੀ ਗੋਲਕ ਨੂੰ ਸਿਰ ਮੱਥੇ ਮੰਨ ਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਸ਼ੈਰੀ ਜਿੰਦਲ ਜੀ, ਆਪ ਜੀ ਨੇ ਬਹੁਤ ਹੀ ਵਧੀਆ ਬੋਲਿਆ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਕਿਉਂਕਿ ਜੇ ਕੋਈ ਵੀ ਮਨੁੱਖ ਸਾਨੂੰ ਤਕਲੀਫ ਦੇ ਵਿੱਚ ਦਿਸ ਰਿਹਾ ਨਾ ਤਾਂ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਆਪਾਂ ਉਸਦੀ ਮਦਦ ਕਰੀਏ, ਕਿਉਂਕਿ ਗੁਰੂ ਸਾਹਿਬ ਵੀ ਕਹਿੰਦੇ ਆ ਨਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਔਰ ਇਸ ਤੋਂ ਬਾਅਦ ਜੇ ਸਾਡੇ ਨਾਲ ਰਮਨਦੀਪ ਕੌਰ ਜੀ ਜੁੜ ਚੁੱਕੇ ਹੈ EPP ਨੰਬਰ 14805, ਤਾਂ ਜਿਨ੍ਹਾਂ ਦਾ ਵਿਸ਼ਾ ਸੀ ਕੇਸਾਂ ਦੀ ਮਹਾਨਤਾ, ਤਾਂ ਉਹ ਆਪਣਾ ਸੈਸ਼ਨ ਲੈ ਸਕਦੇ ਆ ਜੀ, ਨਹੀਂ ਤਾਂ ਫਿਰ ਆਪਾਂ ਅਗਲਾ ਸੈਸ਼ਨ ਸ਼ੁਰੂ ਕਰੀਏ ਜੀ। ਇਸ ਤੋਂ ਬਾਅਦ ਅਸੀਂ
ਅਗਲਾ ਸੈਸ਼ਨ ਲੈ ਰਹੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਮੈਡਮ ਕੁਲਵੰਤ ਕੌਰ ਜੀ, ਔਰ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਔਰ ਜਿਨ੍ਹਾਂ ਦਾ ਸੈਸ਼ਨ ਹੈ ਸਪੋਕਨ ਇੰਗਲਿਸ਼, ਔਰ ਸਾਰੇ ਬੱਚਿਆਂ ਨੇ ਉਹਨਾਂ ਨੂੰ ਬਹੁਤ ਧਿਆਨ ਨਾਲ ਔਰ ਪਿਆਰ ਤੇ ਸਤਿਕਾਰ ਨਾਲ ਸੁਣਨਾ ਹੈ। ਔਰ ਅਸੀਂ ਬੇਨਤੀ ਕਰਾਂਗੇ ਜੇ ਭੈਣ ਜੀ ਜੁੜ ਚੁੱਕੇ ਹੈ ਮੈਡਮ ਕੁਲਵੰਤ ਕੌਰ ਜੀ, ਤਾਂ ਆਪਣਾ ਸੈਸ਼ਨ ਲੈ ਲੈਣ ਜੀ। ਜੀ ਆਇਆਂ ਨੂੰ ਭੈਣ ਜੀ ਨੂੰ ਜੀ। ਹਾਂਜੀ, ਵਾਹਿਗੁਰੂ thank ਜੀ you. ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ ਜੀ। ਬੱਚਿਓ, ਜਿਹੜਾ ਅੱਜ ਸੈਸ਼ਨ ਆਪਾਂ ਲੈਣ ਲੱਗੇ ਹਾਂ ਤੇ ਉਹਦੇ ਵਿੱਚ ਮੈਨੂੰ ਤੁਹਾਡੀ ਪਾਰਟਿਸਿਪੇਸ਼ਨ ਦੀ ਲੋੜ ਹੈ। ਸਾਰੇ ਬੱਚੇ ਪਲੀਜ਼ ਐਕਟਿਵਲੀ ਪਾਰਟਿਸਿਪੇਟ ਕਰਨਾ, ਕਿਉਂਕਿ ਅੱਜ ਅਸੀਂ ਇਸ ਤਰ੍ਹਾਂ ਦਾ ਕੁਝ ਲਾਈਕ ਵੀ ਆਰ ਗੋਇੰਗ ਟੂ ਡੂ ਸਮਥਿੰਗ ਇੰਟਰਸਟਿੰਗ, ਜਿਹਦੇ ਵਿੱਚ ਤੁਹਾਡੀ ਥੋੜੀ ਪ੍ਰੈਕਟਿਸ ਵੀ ਹੋ ਜਾਏਗੀ। ਜੋ ਆਪਾਂ ਸਿੱਖਿਆ ਉਹਦੇ ਤੋਂ ਇਹ ਵੀ ਪਤਾ ਚੱਲ ਜਾਏਗਾ ਕਿ ਆਪਾਂ ਨੂੰ ਕਿੰਨਾ ਕੁ ਕੁਝ ਯਾਦ ਹੈ ਨਾ। ਸੋ ਲੈਟ ਮੀ ਓਪਨ ਮਾਈ ਚੈਟ ਬਾਕਸ, ਉਸ ਤੋਂ ਬਾਅਦ ਆਪਾਂ ਸਟਾਰਟ ਕਰਦੇ ਹਾਂ। ਅੱਜ ਅਸੀਂ ਕਰਾਂਗੇ which sentence is correct. So I am going to give you 2 sentences. ਤੁਸੀਂ ਮੈਨੂੰ ਸਿਰਫ ਇਹ ਟਾਈਪ ਕਰਨਾ, ਜਦੋਂ ਮੈਂ ਕਹਾਂਗੀ ਨਾ ਸਟਾਰਟ ਕਰੋ, ਤੁਸੀਂ ਇਹ ਟਾਈਪ ਕਰਨਾ ਕਿ ਇਹਨਾਂ ਦੋਨੋਂ ਸੈਂਟੈਂਸਸ ਦੇ ਵਿੱਚੋਂ either A is correct or B. ਤੁਸੀਂ ਸਿਰਫ A ਜਾਂ B ਟਾਈਪ ਕਰਨਾ ਹੈ ਤੇ ਪਲੀਜ਼ ਵੱਧ ਤੋਂ ਵੱਧ ਬੱਚੇ ਇਹਦੇ ਵਿੱਚ ਪਾਰਟਿਸਿਪੇਟ ਕਰਨਾ। ਸੋ I'll give you 2 sentences. ਪਹਿਲੇ ਤੁਸੀਂ ਸੈਂਟੈਂਸਸ ਦੇਖਣਾ, ਧਿਆਨ ਨਾਲ ਪੜ੍ਹਨਾ, ਉਸ ਤੋਂ ਬਾਅਦ ਆਨਸਰ ਕਰ ਦੇਣਾ। ਸੋ ਫਰਸਟ ਸੈਂਟੈਂਸ ਇਜ਼, ਦੋ ਹੋਣਗੇ A ਜਾਂ B. He is in US. US means United States. And B is, he is in the US. ਤੁਸੀਂ ਇਹ ਟਾਈਪ ਕਰਕੇ ਦੱਸੋ ਕਿ ਇਹਦੇ ਵਿੱਚੋਂ ਕਿਹੜਾ ਠੀਕ ਹੈ, A or B. He is in US. US means United States, ਜਿੱਥੇ ਅੱਜਕੱਲ ਪ੍ਰੈਜ਼ੀਡੈਂਟ ਦੀ ਚੋਣ ਹੋ ਰਹੀ ਹੈ। He is in the US. ਵੀਰ ਜੀ ਆਪਣਾ ਚੈਟ ਓਪਨ ਹੈ? ਹਾਂਜੀ ਓਪਨ ਹੈ ਭੈਣ ਜੀ। ਹਾਂਜੀ ਬੱਚੇ ਟਾਈਪ ਕਰਕੇ ਦੱਸ ਸਕਦੇ ਹੋ। ਹਾਂਜੀ ਵੈਰੀ ਨਾਈਸ, ਵੈਰੀ ਨਾਈਸ, ਓਕੇ ਗ੍ਰੇਟ। ਹਾਂਜੀ ਬਹੁਤ ਸਾਰੇ ਬੱਚਿਆਂ ਨੇ ਲਿਖਿਆ ਇਹਦਾ ਆਨਸਰ B, ਬਟ ਬਹੁਤ ਸਾਰਿਆਂ ਨੇ ਲਿਖਿਆ A. ਸੋ ਹਾਂਜੀ ਥੈਂਕ ਯੂ, ਥੈਂਕ ਯੂ। ਓਕੇ ਨਾਓ ਯੂ ਮੇ ਸਟਾਪ ਪਲੀਜ਼। ਹੁਣ ਤੁਸੀਂ ਸਟਾਪ ਕਰ ਸਕਦੇ ਹੋ। ਇਹਦਾ ਕਰੈਕਟ ਆਨਸਰ ਹੈ B, he is in the US. ਵੈਸੇ ਤਾਂ ਕਿਸੇ ਕੰਟਰੀ ਦੇ ਨਾਮ ਦੇ ਅੱਗੇ ਦ ਨਹੀਂ ਲੱਗਦਾ, ਬਟ ਯੂਨਾਈਟਿਡ ਸਟੇਟਸ, ਨੀਦਰਲੈਂਡਸ ਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹੜਾ US ਹੈ, ਔਰ UK, ਇਹਨਾਂ ਦੇ ਨਾਮ ਨਾਲ ਦ ਲੱਗਦਾ ਹੈ। ਸੋ he is in the US. So B is correct. Great. ਜਿਨ੍ਹਾਂ ਨੇ B ਕਿਹਾ ਉਹਨਾਂ ਨੂੰ excellent. Next, everybody knows it. Everybody know it. ਪਹਿਲੇ ਇਹਨੂੰ carefully read ਕਰੋ। Everybody knows it. Everybody know it. Very nice, very nice. Okay. ਹਾਂਜੀ okay. ਹਾਂਜੀ ਠੀਕ ਹੈ ਜੀ। ਹੁਣ ਇਹਦੇ ਵਿੱਚ ਜ਼ਿਆਦਾਤਰ ਬੱਚਿਆਂ ਨੇ okay 50% A ਕਹਿ ਰਹੇ हैं and 50% B ਕਹਿ ਰਹੇ हैं। ਠੀਕ ਹੈ ਜੀ। Now you may stop please. ਹਾਂਜੀ ਇਹਦਾ correct answer ਹੈ A. Everybody knows it. ਹਰ ਕੋਈ ਇਹ ਜਾਣਦਾ ਹੈ। ਹਰ ਕੋਈ, everybody ਮਤਲਬ ਹਰ ਕੋਈ ਇਹ ਜਾਣਦਾ ਹੈ। ਸੋ ਉਹਦੇ ਨਾਲ ਜਿਨ੍ਹਾਂ ਨੇ ਟੈਂਸਸ ਚੰਗੀ ਤਰ੍ਹਾਂ ਕੀਤੇ ਆ ਉਹਨਾਂ ਨੂੰ ਪਤਾ ਹੋਏਗਾ ਜਦੋਂ ਅਸੀਂ ਸਿੰਗੂਲਰ ਲੈਂਦੇ ਆ ਤੇ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਲੈਂਦੇ ਆ ਤਾਂ ਉਹਦੇ ਵਿੱਚ ਅਸੀਂ ਵਰਬ ਤੋਂ ਬਾਅਦ s ਲਗਾਉਂਦੇ ਆ, ਹੈ ਨਾ। everybody knows it. ਅੱਛਾ 16110 ਨੇ B ਔਰ A ਦੋਨੋਂ ਹੀ ਲਿਖ ਦਿੱਤੇ। ਹਾਂਜੀ ਬੇਟਾ B ਵੀ ਹੋਏਗਾ, A ਵੀ, ਉਹਨਾਂ ਦੋਨੋਂ ਚੋਂ ਇੱਕ ਤਾਂ ਹੋਏਗਾ। correct answer is A. everybody knows it. Okay. Third set of sentences. Listen to the music. Listen the music. Listen to the music. Listen the music. Okay, great. Hanji. Listen to the music. Listen the music. ਇਹ sentence ਵੀ ਅਸੀਂ ਆਪਣੀ ਕਲਾਸ ਵਿੱਚ ਕੀਤਾ ਹੋਇਆ ਹੈ। ਆਪਾਂ ਮੈਂ ਉਹੀ ਵਾਲੇ ਸੈਂਟੈਂਸ ਲਿੱਤੇ ਜਿਹੜੇ ਅਸੀਂ ਕਲਾਸ ਵਿੱਚ ਕੀਤੇ ਹੋਏ ਨੇ। ਓਕੇ
ठीक है जी, ये भी 50-50 है। प्लीज स्टॉप नाउ, हुण असीं इत्थे स्टॉप कर दिंदे हां। प्लीज टाइपिंग। करेक्ट आंसर इज ए, लिसन टू द म्यूजिक। ਅਸੀਂ ਜਦੋਂ ਵੀ ਕਿਸੇ ਚੀਜ਼ ਨੂੰ ਸੁਣਨਾ ਹੋਵੇ ਲਿਸਨ ਦੇ ਨਾਲ ਅਸੀਂ ਟੂ ਲਗਾਉਂਦੇ ਹਾਂ। ਕਰੈਕਟ ਆਨਸਰ ਇਜ਼ ਏ, ਲਿਸਨ ਟੂ ਦ ਮਿਊਜ਼ਿਕ। ਓਕੇ ਗ੍ਰੇਟ। ਨੈਕਸਟ ਇਜ਼ he is in abroad, he is abroad। हाँ जी बेटा, you may start। he is in abroad, he is abroad। abroad ਹੁੰਦਾ विदेश। he is in abroad, he is abroad। हाँ जी, हाँ जी, हाँ बहुत सारे बच्चे ए टाइप कर रहे हैं। he is in, वो विदेश विच है। he is in abroad, he is abroad। ठीक है जी, ठीक है जी, ओके जी। हाँ जी, ये ज्यादातर बच्चों ने ए किया है, बट इंटरेस्टिंगली एदा करेक्ट आंसर है बी, ही इज अब्रॉड। अब्रॉड दा इटसेल्फ मतलब है कि वो विदेश विच, अब्रॉड मीन्स वो विदेश विच है। तो अब्रॉड दे विच इन ऑटोमेटिकली है, ही इज अब्रॉड। ਅਸੀਂ पूछे ना वेयर इज ही इज अब्रॉड। ठीक है, सो ਇਹਦੇ ਵਿੱਚ इन नहीं आएगा, ही इज अब्रॉड। ओके वेरी नाइस, सारे पार्टिसिपेट कर रहे हैं। he don't know, he doesn't know, या he do not know, he does not know। ये सारे बच्चों को पता होना चाहिए ਇਹਦਾ करेक्ट आंसर। yes, ओके, he do not know। अच्छा हले तक ਇਹਦਾ, हाँ ठीक है जी, वेरी गुड, गुड, ओके, ग्रेट। हाँ जी, हाँ जी, ओके जी, यू मे स्टॉप नाउ। हाँ जी, ज्यादातर बच्चे दा बी कह रहे हैं, दैट इज करेक्ट। ही डज नॉट नो। मैं तुहानू कहा सी ना कि जिन्हां बच्चों ने टेंसेस ठीक तरीके कीते ना उन्होंने ये सारे आंसर्स पता होंगे। जिन्होंने क्लासेस बड़े कॉन्शियस होके, बड़े कॉशियस होके लगाइया ने, उन्होंने ਇਹਦਾ आंसर पता होएगा। सो ਅਸੀਂ टेंसेस ਵਿੱਚ ਕੀਤਾ ਸੀ ही, शी, इट, सिंगुलर नाल डज लगता है ना। he does not know, correct answer is B, he does not know। next set of sentences, the rich should help the poor। the rich should help the poor, rich should help poor। the rich should help the poor, rich should help poor। उन्हें देखने ਨੂੰ दोनों ठीक लग रहे हैं कि अमीरां ਨੂੰ गरीबां ਦੀ मदद करनी चाहिए या अमीर ਨੂੰ गरीब ਦੀ मदद करनी चाहिए है। ओके, हाँ जी, ठीक है जी, वेरी गुड, ज्यादा आंसर ठीक आ रहे हैं, ग्रेट। यस, द करेक्ट आंसर इज द रिच शुड हेल्प द पुअर, दैट इज ए। करेक्ट ऑप्शन इज ऑप्शन ए के द रिच मतलब गरीब लोग। जो रिच और पुअर किसी एडजेक्टिव अगे द लग जाता है वो पूरी कम्यूनिटी बन जाती है। यस, जो द वाला सैशन किया सी उहदे विच करवाया सी द रिच शुड हेल्प द पुअर। नेक्स्ट इज ही रिजेंबल्स टू हिज फादर। रिजेंबल का मतलब हुंदा है शक्ल मिलना। ही रिजेंबल्स टू हिज फादर, ही रिजेंबल्स his father, he resembles to his father, he resembles his father। ओदी शक्ल ओदे फादर नाल मिलदी है। हाँ जी, एदा भी करेक्ट आंसर हो। हाँ जी, किसी ने करेक्ट आंसर बार-बार लिखा, गुरदासपुर सुखमनीप्रीत। हाँ ठीक है जी, तुसी फोर्स कर रहे हो है ना कि एक करेक्ट आंसर है। ओके ठीक है, ओके, द करेक्ट आंसर इज बी। करेक्ट आंसर इज बी, ही रिजेंबल्स हिज फादर। रिजेंबल दे नाल टू नहीं लगदा हुंदा, वो अपने फादर वर्गा है शक्ल विच। ही रिजेंबल्स, रिजेंबल्स मींस झलक मारदा है हिज फादर। he resembles his father। yes, अनमोलदीप कौर ने बी 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 बी। ओके
ਇਹਦਾ ਆਨਸਰ ਹੈ B, he resembles his father. Coming to next sets of sentences. He painted the room green. He painted the room in green. उसने अपना कमरा ਉਹਦੇ green color ਨਾਲ paint ਕਰ ਦਿੱਤਾ. He painted the room green. He painted the room in green. Yes, ਇਹ ਸਾਰਿਆਂ ਦਾ mostly ਠੀਕ ਆ ਰਿਹਾ ਹੈ. ਇਹਦਾ correct answer ਹਾਂ B ਵੀ ਆ ਗਿਆ ਵੈਸੇ. Correct answer is A. He painted the room green. ਉਹਨੇ ਕਮਰੇ ਨੂੰ ਹਰਾ paint ਕਰਤਾ. He painted the room green. Very good. Next is he made me think. He made me to think. देखो बच्चे दोनों ही इक्को ਜਿਹੇ लगते हैं, बट जे अगर ਅਸੀਂ प्रैक्टिस ਕੀਤੀ ਹੋਏਗੀ ਨਾ ਤਾਂ ਸਾਨੂੰ ਜਲਦੀ ਪਤਾ ਚੱਲ ਜਾਏਗਾ. ਉਸਨੇ ਮੈਨੂੰ ਸੋਚਣ ਲਾ ਦਿੱਤਾ. He made me think. ਉਸਨੇ ਮੈਨੂੰ ਸੋਚਣ ਲਾ ਦਿੱਤਾ. He made me to think. Okay. ठीक है जी, ये भी 50-50 है. हाँ जी, गगनदीप सिंह जी ने ओके 15520 ठीक है जी. ओके जी, हाँ जी, करेक्ट आंसर है ए. ही मेड मी थिंक. ही मेड मी थिंक मतलब उसने मैनू सोचण ला दिता. ही मेड मी क्राई. उसने मैनू रोण ला दिता, रुआ दिता. ही मेड मी लाफ. उसने मैनू हसा दिता. सो इहदे विच टू नहीं लगदा हुंदा. ही मेड मी क्राई. ही मेड मी थिंक. ही मेड मी लाफ. ओके, उसने मैनू जदों असीं मेड मी इस तरह लगांदे आ ना, तो इहदा मतलब उसने मैनू यह काम करवाया. ही मेड मी वर्क. उसने मैनू काम ते ला दिता है ना. ही मेक्स मी या मेड मी, जो भी तुसी फर्स्ट फॉर्म या सेकंड फॉर्म लानी है. सो द करेक्ट ऑप्शन इज ऑप्शन ए. ही मेड मी थिंक. नेक्स्ट, इट इज क्वाइट ऑल राइट. इट इज क्वाइट ऑल राइट. ये आपां वर्ड कीते हुए हैं अपनी क्लास दे विच. इट इज क्वाइट ऑल राइट. Quite all right. It is quite all right. Okay, which is correct? A word भी ਅਸੀਂ ਕੀਤੇ ਸੀ, difference ਕੀਤਾ ਸੀ. ਇਹ ਤੁਸੀਂ ਮੈਨੂੰ question ਵੀ ਪੁੱਛਿਆ ਸੀ ਕਿ ਮੈਮ what is the difference between Q, ਹਾਂ ਨਵਪ੍ਰੀਤ ਕੌਰ, QUIET और QUIT ਦੇ ਵਿੱਚ ਕੀ ਫਰਕ ਹੈ? You had asked me this word. Okay, चलो जिन्होंने बी किया है वो अपने आप लिए क्लैपिंग कर लो, बिकॉज बी आंसर इज करेक्ट. इट इज क्वाइट ऑल राइट. क्वाइट हुंदा है चुप. क्वाइट मीन्स चुप. आपां कीता सी ना QUIET क्वाइट. ਅਸੀਂ ਕਹਿੰਦੇ ਆ ਬੱਚਿਆਂ ਨੂੰ ਕਲਾਸ ਦੇ ਵਿੱਚ कीप क्वाइट, बी क्वाइट. एंड क्वाइट हुंदा है बिल्कुल. इट इज क्वाइट ऑल राइट. ये बिल्कुल ठीक है. सो ऑप्शन बी इज क्वाइट ऑल राइट. ऑप्शन बी बिल्कुल ठीक है. ठीक है जी, इट इज क्वाइट ऑल राइट. एंड द लास्ट सेट इज ही लेफ्ट कैनेडा. ही लेफ्ट फॉर कैनेडा. ही लेफ्ट कैनेडा. ही लेफ्ट फॉर कैनेडा. ओके ओके ठीक है जी. दसो प्लीज. बी, ए, बी, बी. ओके, सैलीन कौर ने बी किया है. यस, बी, ए. इंटरेस्टिंगली both these options are correct. दोनों अपनी अपनी जगह करेक्ट है. दोनों च कोई मिस्टेक नहीं है. He left Canada मतलब उन्हें कैनेडा छड़ दिता. He left for Canada मतलब वो कैनेडा ਲਈ चल पिया है. He left for Canada. वो कैनेडा ਨੂੰ चल पिया है. देखो कितना डिफरेंस पै गया फॉर लगाने ਨਾਲ. ਜਿਵੇਂ ਅਸੀਂ ਕਹਿੰਦੇ ਉਹ ਕੈਨੇਡਾ ਲਈ ਨਿਕਲ ਗਿਆ ਹੈ. He left for Canada. ਉਹ ਕੈਨੇਡਾ ਲਈ ਇੱਥੋਂ ਜਾ ਚੁੱਕਿਆ ਹੈ ਨਾ. So he left Canada मतलब उन्हें कैनेडा छड़ दिता है. He left for Canada means वो कैनेडा ਲਈ जा चुके हैं. So both the अच्छा जी सैलीन कौर कह रहे हैं मैनू लग्या सी कि जदों लग्या हुंदा ना बच्चे एक्सप्रेस करया करो. गुड. ठीक है. So both the options A and B are correct. Join us or join with us. Join us or join with us. No, both are not correct. Join us correct है. सानू join करो. Join with नहीं आंदा. Join अपने आप दे विच ही with है. Join मतलब साडे नाल आ जाओ. Join means नाल आ जाना. Join us मतलब सानू join कर. ठीक है. Answer A is correct. He told me
सॉरी बेटा थोड़ा कुछ ਇਹਦੇ ਚ ਨਾ प्रॉब्लम आ गई है, मेरी स्क्रीन हैंग हो गई है। He told me that he would come. He told me that he would come. He told me that he will come. He told me that he would come. अश्मीत कौर ने दोनों ही लिख देते ए बी, कोई तो ठीक ही हो जाएगा। वीर जी स्क्रीन नहीं शो हो रही? हो रही है बहन जी? हो रही है जी। ये बच्चे हाँ विच जी। ना एक नो मैसेज कर रहे। He told me that he would come. He told me that he will come. Okay, correct option is option A. No, अनमोलदीप कौर बी नहीं है, ऑप्शन ए। He told me that he would come. ਇਹ ਜਿਨ੍ਹਾਂ ਨੇ ਨਰੇਸ਼ਨ ਕੀਤੀ ਹੈ ਨਾ ਉਹਨਾਂ ਨੂੰ ਪਤਾ ਹੋਏਗਾ ਕਿ ਜਦੋਂ he told me ਉਸਨੇ ਮੈਨੂੰ ਦੱਸਿਆ, ਜਦੋਂ ਇਹ ਪਾਸਟ ਵਿੱਚ ਹੋਵੇ ਨਾ ਰਿਪੋਰਟਿੰਗ ਸਪੀਚ ਤਾਂ ਸਾਰਾ ਸੈਂਟੈਂਸ ਪਾਸਟ ਵਿੱਚ ਹੋ ਜਾਂਦਾ ਹੈ। ਠੀਕ ਹੈ, he told me that he would come. So correct option is option A. Time has changed. Times have changed. Time has changed. ਸਮਾਂ ਬਦਲ ਗਿਆ ਹੈ। Times have changed. ਸਮਾਂ ਬਦਲ ਗਿਆ ਹੈ। Yes, great. ਇਹਦੇ ਵਿੱਚ ਤਾਂ ਸਾਰੇ ਪਾਰਟਿਸਿਪੇਟ ਕਰਨ ਪਲੀਜ਼। Yes. Okay. ਇਹ ਦੇਖਣ ਨੂੰ ਲੱਗਦਾ ਹੈ ਕਿ ਆਪਸ਼ਨ A ਠੀਕ ਹੋਏਗੀ, ਬਟ ਕਰੈਕਟ ਆਪਸ਼ਨ ਇਜ਼ ਆਪਸ਼ਨ B. ਸਮਾਂ ਬਦਲ ਗਿਆ। ਅਸੀਂ ਕੀ ਲਿਖਦੇ ਹੁੰਦੇ ਆ? Times have changed. Times have changed. ਸਮਾਂ ਬਦਲ ਗਿਆ ਹੈ। Times have changed. ठीक है? She hardly comes here. This is the last one. She hardly comes here. She comes here hardly. She hardly comes here. She comes here hardly. प्रभदीप कौर जी, टाइम हैव चेंज नहीं बच्चे, टाइम्स हैव चेंज्ड। टाइम नहीं, टाइम हैव चेंज नहीं आएगा, टाइम्स हैव चेंज्ड। तुसी टाइम हैव लिखा हुआ है ना, ठीक है, टाइम्स आएगा। ठीक है, ਅਸੀਂ ਕਹਿੰਦੇ ਹਾਂ since times immemorial टाइम्स आएगा ਇਹਦੇ ਵਿੱਚ। She hardly comes here. She comes here hardly. ਹਾਂਜੀ ਬਿਲਕੁਲ ਸਹੀ, ਜਿਨ੍ਹਾਂ ਨੇ A ਟਾਈਪ ਕੀਤਾ ਹੈ। She hardly, hardly ਹੁੰਦਾ ਮਸਾਂ ਹੀ, ਉਹ ਇੱਥੇ ਮਸਾਂ ਹੀ ਆਂਦੀ ਹੈ, ਮਤਲਬ ਨਹੀਂ ਆਂਦੀ। She hardly comes here. Rarely, ਇੱਥੇ hardly ਦਾ ਮਤਲਬ ਹੈ rarely। ਅਨਮੋਲਦੀਪ ਕੌਰ ਨੇ A ਠੀਕ ਹੈ ਜੀ ਬਿਲਕੁਲ। She hardly comes here. Correct option is option A. ਕਿ ਉਹ ਇੱਥੇ ਬਹੁਤ ਘੱਟ ਆਂਦੀ ਹੈ, ਨਾ ਦੇ ਬਰਾਬਰ ਆਂਦੀ ਹੈ। ਇੱਥੇ ਹਾਰਡਲੀ ਦਾ ਮਤਲਬ ਹੈ ਨਾ ਦੇ ਬਰਾਬਰ, ਮਸਾਂ ਹੀ ਕਿਤੇ। ਠੀਕ ਹੈ ਜੀ। So this was all, and today's proverb is face is the index of mind. Face is the index of mind. ਚਿਹਰਾ ਦਿਲ ਦਾ ਸ਼ੀਸ਼ਾ ਹੁੰਦਾ ਹੈ। Face is the index of mind, ਯਾਨੀ ਕਿ ਤੁਹਾਡੇ ਫੇਸ ਤੋਂ ਪਤਾ ਚੱਲ ਜਾਂਦਾ ਹੈ ਕਿ ਤੁਹਾਡੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਹੈ ਨਾ। Face is the index of mind. That is all for today. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਮੈਡਮ ਕੁਲਵੰਤ ਕੌਰ ਦਾ। ਔਰ ਸਾਰੇ ਬੱਚਿਆਂ ਨੇ ਬਹੁਤ ਪਿਆਰ ਨਾਲ ਭੈਣ ਜੀ ਸਮਝਾਉਂਦੇ ਆ, ਔਰ ਸਾਰੇ ਬੱਚੇ ਭੈਣ ਜੀ ਨੂੰ ਬਹੁਤ ਪਿਆਰ ਕਰਦੇ ਆ। ਗੁਰੂ ਸਾਹਿਬ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਦੀ। ਹੁਣ ਬੇਨਤੀ ਕਰਾਂਗੇ ਜਸਪ੍ਰੀਤ ਕੌਰ ਭੈਣ ਜੀ ਨੂੰ ਵੀ ਆਪਾਂ ਕੁਝ ਬੱਚਿਆਂ ਦੀ ਹੈਂਡ ਰੇਜ਼ ਲੈ ਸਕਦੇ ਹਾਂ ਜੀ। ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਫਸਟ ਆਫ ਆਲ ਆਈ ਐਮ ਵੈਰੀ ਥੈਂਕਫੁਲ ਦੈਟ ਯੂ ਆਰ ਗਿਵਿੰਗ ਅਸ ਐਕਸਲੈਂਟ ਨੌਲੇਜ। ਮੈਮ ਮੇਰਾ ਕੁਐਸਚਨ ਇਹ ਸੀ ਕਿ ਤੁਸੀਂ ਇੱਕ ਸਾਨੂੰ ਸੈਂਟੈਂਸ ਪਾਇਆ ਸੀ everybody knows it and ਮੈਮ ਸੈਕੰਡ ਸੀ everybody know it। ਮੈਮ ਇਹਨਾਂ ਦੀ ਐਕਸਪਲੇਨੇਸ਼ਨ ਕਰਿਓ। ਬੱਚੇ everybody ਮਤਲਬ ਹਰ ਕੋਈ। Are you ਸੀ getting me? ਮੈਮ ਮੇਰੀ ਆਵਾਜ਼ everybody ਇੱਥੇ ਪਲੂਰਲ ਆ ਨਾ ਬੱਚੇ, everybody ਮਤਲਬ ਹਰ ਕੋਈ। ਤੇ ਮੈਮ ਹਰ ਇੱਥੇ ਕੋਈ, ਸਿੰਗੂਲਰ ਆ। ਹਰ ਇੱਕ ਆਪਾਂ ਕਹਿੰਦੇ ਨਹੀਂ, ਹਰ ਇੱਕ। ਓਕੇ ਮੈਮ। ਹੈ ਨਾ, ਅਸੀਂ ਕਹਿੰਦੇ ਹਰ ਇੱਕ ਇਹਨੂੰ ਜਾਣਦਾ ਹੈ। ਆਪਾਂ ਦੇਖੋ ਵੈਸੇ ਵੀ ਕੀ ਬੋਲਦੇ ਆ, ਇਹ ਗੱਲ ਤਾਂ ਹਰ ਕੋਈ ਜਾਣਦਾ ਹੈ। ਅਸੀਂ ਇਹਨੂੰ ਸਿੰਗੂਲਰ ਫਾਰਮ ਚ ਲੈਂਦੇ ਆ ਨਾ। ਓਕੇ ਮੈਮ। everyone ਜਾਂ everybody ਨੂੰ ਅਸੀਂ ਸਿੰਗੂਲਰ ਫਾਰਮ ਚ ਲੈਂਦੇ ਆ ਨਾ ਬੇਟੇ। ਹਾਂਜੀ ਮੈਮ। ਹੈ ਨਾ, ਤਾਂ ਫਿਰ ਉਹ ਸਿੰਗੂਲਰ ਹੋ ਗਿਆ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੋ ਗਿਆ। ਤੇ ਕੀ ਰੂਲ ਹੈ ਉਹਦਾ ਕਿ we have to put an s before after verb। समझे?
मैम वाहिगुरु जी का खालसा वाहिगुरु जी की ਵਾਹਿਗੁਰੂ फतेह। ਜੀ ਕੀ ਫਤਿਹ। मैम मेरा क्वेश्चन ये है लॉ इन नेचर दा मींस की है? ਲਾਇਲ LOYAL। मैम लॉ इन नेचर। ਬੱਚੇ ਮੈਨੂੰ ਤੁਹਾਡੀ ਗੱਲ ਲਾਇਲ ਬੋਲ ਰਹੇ ਹੋ LOYAL, मैम लॉ इन नेचर ਬਟ ਸਪੈਲ ਇਟ ਆਊਟ। LAWINNATURE। आई लॉ इन नेचर, यस मैम। ये अलग अलग वर्ड है। लॉ इन नेचर लॉ ऑफ नेचर होएगा। मैम हाँ जी लॉ ऑफ नेचर। लॉ ऑफ नेचर मतलब कुदरत दा नियम। दिस इज लॉ ऑफ नेचर, एक कुदरत दा नियम है। जो बीजोगे वही कटोगे। दिस इज लॉ ऑफ नेचर। एज यू सो सो शैल यू रीप। दिस इज लॉ ऑफ नेचर। नेचर दा कानून है, कुदरत दा कानून है कि जो असी किसी चीज लिए भी यूज कर सकते हो कि एक कुदरत दा कानून है, जो बीजोगे वही मिलेगा। आप ऐदा यूज कर सकते हैं, है ना, लॉ ऑफ नेचर। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ। ਮੈਮ ਮੇਰਾ ਕੁਐਸਚਨ ਇਹ ਸੀਗਾ ਵੀ ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਦੇ ਮਤਲਬ ਐਗਜ਼ਾਮਪਲ ਕਿਸੇ ਚੀਜ਼ ਦੀ ਦੇਣੀ ਹੁੰਦੀ ਹੈ ਤਾਂ ਆਪਾਂ ਦੇ ਸਟਾਰਟਿੰਗ ਦੇ ਵਿੱਚ ਈ ਜੀ ਫਿਰ ਫੁੱਲ ਸਟਾਪ ਲਗਾ ਦਿੰਦੇ ਆ ਤੇ ਇੱਕ ਮੈਮ ਆਈ ਫਿਰ ਈ ਆਈ ਤੋਂ ਬਾਅਦ ਇੱਕ ਸਮਾਲ ਲੈਟਰ ਦੇ ਵਿੱਚ ਆਈ ਲਿਖ ਕੇ ਫਿਰ ਉਸ ਤੋਂ ਬਾਅਦ ਫੁੱਲ ਸਟਾਪ ਲਗਾ ਕੇ ਈ ਲਿਖੀ ਜਾਂਦੀ ਹੈ, ਉਸ ਤੋਂ ਬਾਅਦ ਫੁੱਲ ਸਟਾਪ ਲਗਾਈ ਜਾਂਦੀ ਹੈ। ਮੈਮ ਉਹਦਾ ਮੀਨਿੰਗ ਕੀ ਹੈ ਜੀ? ਬੱਚੇ ਉਹਦਾ ਮਤਲਬ ਹੁੰਦਾ that is। IE ਦਾ ਮਤਲਬ ਹੁੰਦਾ that is। that is ਜਿਵੇਂ ਮੈਂ ਕਿਹਾ ਮੈਂ ਗਰੋਸਰੀ ਖਰੀਦੀ, that is ਇਹ ਖਰੀਦਿਆ ਮੈਂ। ਜਦੋਂ ਆਪਾਂ ਉਸ ਚੀਜ਼ ਨੂੰ ਐਕਸਪਲੇਨ ਕਰਦੇ ਆ ਨਾ ਫਿਰ ਅਸੀਂ that is ਲਗਾ ਦਿੰਦੇ ਆ। ਲਾਈਕ ਮੈਂ ਆਪਣੀ ਫਰੈਂਡ that is ਮਨਪ੍ਰੀਤ ਕੌਰ ਉਹਦੇ ਕੋਲ ਜਾ ਰਹੀ ਹਾਂ, ਮਤਲਬ ਮੈਂ ਆਪਣੀ ਫਰੈਂਡ that is ਕਿਹੜੀ ਵਾਲੀ, ਯਾਨੀ ਕਿ ਅਸੀਂ ਮੈਂ ਆਪਣੀ ਫਰੈਂਡ ਨੂੰ ਐਕਸਪਲੇਨ ਕਰਨ ਲਈ ਕਹਤਾ that is। so IE means that is। ਜਿਵੇਂ EG means for example, ETC mean etc। ਇਸੇ ਤਰ੍ਹਾਂ IE means that is। ਜਿਵੇਂ ਮੈਂ ਕਿਹਾ the function will be held on Monday, that is 20th January। the function will be organized on Monday, that is Monday। that is मतलब यानी के ठीक है। ठीक है मैम। वाहिगुरू जी का खालसा वाहिगुरू जी की फतेह। मैम वाहिगुरू जी का खालसा वाहिगुरू जी की फतेह जी। मैम ਜਿਹੜੇ ਤੁਸੀਂ USA ਦੇ ਮੋਰੇ ਦਲ ਕਿਹਾ ਸੀਗਾ ਉਹਦੇ ਮੋਰੇ ਤਾਂ ਐਨ ਨਹੀਂ ਲੱਗਦਾ ਹੁੰਦਾ ਜੀ, ਐਨ ਨਹੀਂ ਬੱਚੇ। ਜਿਹੜੀ ਕੰਟਰੀ ਹੈ ਨਾ, ਵੈਸੇ ਤਾਂ ਕਿਸੇ ਕੰਟਰੀ ਪ੍ਰੋਪਰ ਨਾउन ਹੈ ਨਾ, ਜਿਹੜਾ ਪ੍ਰੋਪਰ ਨਾउन ਦੇ ਅੱਗੇ ਦ ਨਹੀਂ ਲੱਗਦਾ, ਬਟ ਕੁਝ ਕੰਟਰੀਜ਼ ਜਿਵੇਂ ਦ ਯੂਨਾਈਟਿਡ ਸਟੇਟਸ ਆਫ ਅਮਰੀਕਾ, ਹਾਂਜੀ ਕੁਝ ਕੰਟਰੀਜ਼ ਨੂੰ ਮਿਲਾ ਕੇ ਇੱਕ ਕੰਟਰੀਜ਼ ਬਣਾਈ ਹੋਈ ਹੈ ਨਾ, ਉਹ ਕੰਟਰੀਜ਼ ਦੇ ਨਾਮ ਦੇ ਅੱਗੇ ਦ ਲੱਗਦਾ ਹੈ। ਦ US। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਸਵਾਲ ਇਹ ਹੈ ਕਿ ਹਨਾ ਹੀ ਇਜ਼ ਅਬਰੋਡ ਤੇ ਹੀ ਇਜ਼ ਇਨ ਅਬਰੋਡ ਦੇ ਵਿੱਚ ਕੀ ਮਤਲਬ ਫਰਕ ਹੈ, ਮੈਮ ਦੱਸਣਾ ਪਲੀਜ਼। ਮੈਮ ਸ਼ਾਇਦ ਨਾ ਉਹਨਾਂ ਦਾ ਕਨੈਕਸ਼ਨ ਐਰਰ ਆ ਗਿਆ ਹੈ, ਉਹ ਇਸ ਵੇਲੇ ਇਸ ਮੀਟਿੰਗ ਦੇ ਵਿੱਚ ਜੁਆਇਨ ਨਹੀਂ ਹੈਗੇ। ਬਟ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਇਹ ਮੈਮ ਨੇ ਉਦੋਂ ਹੀ ਆਨਸਰ ਕੀਤਾ ਸੀ ਕਿ ਜਿਹੜਾ ਅਬਰੋਡ ਇਟਸੈਲਫ ਉਹਦਾ ਮਤਲਬ ਹੈ ਕਿ ਵਿਦੇਸ਼ ਵਿੱਚ, ਇਸ ਕਰਕੇ ਉੱਥੇ ਆਏਗਾ ਹੀ ਇਜ਼ ਅਬਰੋਡ। ਤੇ ਮੈਮ ਇੱਕ ਸਵਾਲ ਹੋਰ ਸੀਗਾ। ਹਾਂਜੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਪਿਤਾ ਦਾ ਨਾਮ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਪਿਤਾ ਜੀ ਦਾ ਨਾਮ, ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਸਨ ਗੁਰੂ ਹਰਗੋਬਿੰਦ ਜੀ। ਹਰਗੋਬਿੰਦ ਸਾਹਿਬ ਜੀ ਜੋ ਕਿ ਸਾਡੇ 6ਵੇਂ ਪਾਤਸ਼ਾਹ ਸਨ, ਉਹ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਸਨ ਤੇ ਉਹਨਾਂ ਦੀ ਸੁਪਤਨੀ ਮਾਤਾ ਨਾਨਕੀ ਜੀ ਜੋ ਕਿ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਸਨ। ਓਕੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਮੇਂ ਦੀ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਜਸਵੀਰ ਜੀ ਨੂੰ ਬੇਨਤੀ ਕਰਾਂਗੀ ਕਿ ਅਸੀਂ ਅੱਜ ਦੇ ਸੈਸ਼ਨ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ। ਹਾਂਜੀ, ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਹੁਣ ਅਸੀਂ ਅਟੈਂਡੈਂਸ ਔਨ ਕਰ ਰਹੇ ਹਾਂ ਤੇ ਬੱਚੇ ਆਪਣੀ ਹਾਜ਼ਰੀ ਲਵਾ ਕੇ ਲੀਵ ਕਰ ਸਕਦੇ ਆ। ਔਰ ਸਾਰੇ ਬੱਚਿਆਂ ਨੇ ਨੰਬਰ ਨੋਟ ਕਰਨਾ, ਜਿਨ੍ਹਾਂ ਬੱਚਿਆਂ ਨੇ ਜਾਪ ਦੀ ਸੇਵਾ, ਕੀਰਤਨ ਦੀ ਸੇਵਾ ਲੈਣੀ ਹੋਵੇ। ਸਭਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਕੈਂਪ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।